ਵਿਰਾਸਤ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ। ਮੈਂ ਰਮਨ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦਾ ਦਿਨ ਇਤਿਹਾਸ ਵਿੱਚ। ਸੋ ਦੋਸਤੋ, ਅੱਜ ਹੈ 7 ਨਵੰਬਰ। ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ 7 ਨਵੰਬਰ ਨਾਲ ਜੁੜੀਆਂ ਘਟਨਾਵਾਂ ਬਾਰੇ, ਜਿਨ੍ਹਾਂ ਦਾ ਸੰਬੰਧ ਪੰਜਾਬ ਸਿੱਖ ਤਵਾਰੀਖ ਤੇ ਦੇਸ਼ ਦੁਨੀਆ ਨਾਲ ਜੁੜਿਆ ਹੋਇਆ ਹੈ। ਸੋ ਸਭ ਤੋਂ ਪਹਿਲਾਂ ਜ਼ਿਕਰ ਹੈ ਸਾਲ 1760 ਨੂੰ ਲਾਹੌਰ ਉੱਤੇ ਸਿੱਖਾਂ ਦਾ ਘੇਰਾ ਤੇ ਹਮਲੇ ਹੋਏ। ਸਾਲ 1921 ਦਰਬਾਰ ਸਾਹਿਬ ਦੇ ਤੋਸ਼ਾਖਾਨੇ ਦੀਆਂ ਚਾਬੀਆਂ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ। ਅੱਗੇ ਜ਼ਿਕਰ ਹੈ 1942 ਦਾ। ਪੰਜਾਬ ਦੇ ਸਾਹਿਤਕਾਰ ਤੇ ਚਿੰਤਕ ਡਾਕਟਰ ਨਰੇਸ਼ ਦਾ ਜਨਮ ਹੋਇਆ। ਡਾਕਟਰ ਨਰੇਸ਼ ਉੱਗੇ ਸਾਹਿਤਕਾਰ ਤੇ ਚਿੰਤਕ ਨੇ, ਜਿਨ੍ਹਾਂ ਨੇ 4 ਭਾਸ਼ਾਵਾਂ ਵਿੱਚ ਸਾਹਿਤਕ ਯੋਗਦਾਨ ਪਾਇਆ ਹੈ। ਉਹਨਾਂ ਨੇ 37 ਹਿੰਦੀ, 19 ਪੰਜਾਬੀ, 3 ਅੰਗਰੇਜ਼ੀ ਤੇ 16 ਉਰਦੂ ਕਿਤਾਬਾਂ ਲਿਖੀਆਂ ਨੇ। ਹੁਣ ਗੱਲ ਕਰਦੇ ਹਾਂ ਉਹਨਾਂ ਦੀਆਂ ਲਿਖਤਾਂ ਬਾਰੇ। ਗਜ਼ਲ ਦਾ ਰਚਨਾ ਵਿਧਾਨ, ਗਜ਼ਲ ਦੀ ਪਰਖ, ਦਸਤਾਵੇਜ਼, ਮਾਸੂਮ ਹੱਥਾਂ ਦੀ ਸ਼ੋਅ, ਅੰਤਰਜਾਮੀ, ਦਰਦ ਦਾ ਰਿਸ਼ਤਾ, ਸੂਲੀ ਟੰਗਿਆ ਸ਼ਹਿਰ, ਕਸਤੂਰੀ ਕੁੰਡਲ ਵਸੇ ਪ੍ਰਸਿੱਧ ਨੇ। ਹੁਣ ਜਾਣਦੇ ਹਾਂ ਭਾਰਤ ਬਾਰੇ। ਸਾਲ 2001 ਚ ਮੁੰਬਈ ਵਿੱਚ ਕਈ ਥਾਂ ਹੋਏ ਬੰਬ ਧਮਾਕਿਆਂ ਦੀ ਲੜੀ ਦੌਰਾਨ 209 ਲੋਕ ਮਾਰੇ ਗਏ। ਸਾਲ 1858 ਭਾਰਤੀ ਅਕਾਦਮਿਕੀ ਤੇ ਕਾਰਕੁਨ ਬਿਪਨ ਚੰਦਰ ਪਾਲ ਦਾ ਜਨਮ ਹੋਇਆ। ਜੇ ਗੱਲ ਕਰੀਏ ਬਿਪਨ ਚੰਦਰ ਪਾਲ ਦੀ, ਤਾਂ ਇੱਕ ਭਾਰਤੀ ਰਾਸ਼ਟਰਵਾਦੀ ਲੇਖਕ, ਭਾਸ਼ਣਕਾਰ, ਸਮਾਜ ਸੁਧਾਰਕ ਤੇ ਭਾਰਤੀ ਸੁਤੰਤਰਤਾ ਸੈਨਾਨੀ ਸੀ। ਉਹ ਲਾਲ ਪਾਲ ਬਾਲ ਤਿੱਕੜੀ ਵਿੱਚੋਂ ਇੱਕ ਸੀ। ਪਾਲ ਸ਼੍ਰੀ ਅਰਵਿੰਦੋ ਦੇ ਨਾਲ ਸਵਦੇਸ਼ੀ ਅੰਦੋਲਨ ਦੇ ਮੁੱਖ ਆਰਕੀਟੈਕਟਾਂ ਵਿੱਚੋਂ ਇੱਕ ਸੀ। ਉਸਨੇ ਬ੍ਰਿਟਿਸ਼ ਵਸਤੀਵਾਦੀ ਸਰਕਾਰ ਦੀ ਬੰਗਾਲ ਦੀ ਵੰਡ ਦੀ ਚਾਲ ਦਾ ਵੀ ਵਿਰੋਧ ਕੀਤਾ। ਹੁਣ ਗੱਲ ਕਰਦੇ ਹਾਂ ਪਾਲ ਦੇ ਮੁੱਢਲੇ ਜੀਵਨ ਤੇ ਪਿਛੋਕੜ ਦੀ। ਬਿਪਨ ਚੰਦਰ ਪਾਲ ਦਾ ਜਨਮ ਬ੍ਰਿਟਿਸ਼ ਇੰਡੀਆ ਦੇ ਬੰਗਾਲ ਪ੍ਰੈਜ਼ੀਡੈਂਸੀ ਵਿੱਚ ਹਬੀਗੰਜ ਸਿਲਹਟ ਜ਼ਿਲ੍ਹੇ ਦੇ ਪਿੰਡ ਪੋਇਲ ਦੇ ਇੱਕ ਹਿੰਦੂ ਬੰਗਾਲੀ ਕਾਇਸਤ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਰਾਮਚੰਦਰ ਪਾਲ ਇੱਕ ਫਾਰਸੀ ਵਿਦਵਾਨ ਤੇ ਛੋਟੇ ਜ਼ਿਮੀਂਦਾਰ ਸਨ। ਉਹ ਕਲਕੱਤਾ ਯੂਨੀਵਰਸਿਟੀ ਦੇ ਇੱਕ ਮਾਨਤਾ ਪ੍ਰਾਪਤ ਕਾਲਜ ਚਰਚ ਮਿਸ਼ਨ ਸੁਸਾਇਟੀ ਕਾਲਜ ਵਿੱਚ ਪੜ੍ਹਿਆ ਤੇ ਪੜ੍ਹਾਇਆ। ਉਸਨੇ ਇੰਗਲੈਂਡ ਦੇ ਨਿਊ ਮਾਨਚੈਸਟਰ ਕਾਲਜ ਆਕਸਫੋਰਡ ਵਿੱਚ 1 ਸਾਲ ਲਈ ਤੁਲਨਾਤਮਕ ਧਰਮ ਸ਼ਾਸਤਰ ਦਾ ਅਧਿਐਨ ਵੀ ਕੀਤਾ, ਪਰ ਕੋਰਸ ਪੂਰਾ ਨਹੀਂ ਕੀਤਾ, ਵਿਚਾਲੇ ਛੱਡ ਦਿੱਤਾ। ਉਸਦਾ ਪੁੱਤਰ ਨਿਰੰਜਨ ਪਾਲ ਸੀ, ਜੋ ਬੰਬੇ ਟਾਕੀਜ਼ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ। ਇੱਕ ਜਵਾਈ ICS ਅਫਸਰ SK ਡੇ, ਜੋ ਬਾਅਦ ਵਿੱਚ ਕੇਂਦਰੀ ਮੰਤਰੀ ਬਣਿਆ। ਉਸਦਾ ਦੂਜਾ ਜਵਾਈ ਸੁਤੰਤਰਤਾ ਸੈਨਾਨੀ ਉਲਾਸਕਰ ਦੱਤਾ ਸੀ, ਜਿਸਨੇ ਆਪਣੇ ਬਚਪਨ ਦੇ ਪਿਆਰ ਨਾਲ ਲੀਲਾ ਦੱਤਾ ਨਾਲ ਵਿਆਹ ਕਰਵਾਇਆ ਸੀ। ਜਿੰਨਾ ਉਹ ਰਾਜਨੀਤੀ ਵਿੱਚ ਕ੍ਰਾਂਤੀਕਾਰੀ ਸੀ, ਪਾਲ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਓਨਾ ਹੀ ਪੱਕਾ ਕ੍ਰਾਂਤੀਕਾਰੀ ਸੀ। ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਸਨੇ ਇੱਕ ਵਿਧਵਾ ਨਾਲ ਵਿਆਹ ਕਰ ਲਿਆ ਤੇ ਬ੍ਰਹਮੋ ਸਮਾਜ ਵਿੱਚ ਸ਼ਾਮਲ ਹੋ ਗਿਆ। ਅੱਗੇ ਜ਼ਿਕਰ ਹੈ 1884 ਦਾ। ਭਾਰਤੀ ਇਨਕਲਾਬੀ ਵਿਦਵਾਨ, ਖੇਤੀਬਾੜੀ ਵਿਗਿਆਨੀ ਤੇ ਇਤਿਹਾਸਕਾਰ ਪਾਂਡੂ ਰੰਗ ਸਦਾਸ਼ਿਵ ਖਾਨ ਖੋਜੇ ਦਾ ਜਨਮ ਹੋਇਆ। ਸਾਲ 1888 ਭਾਰਤੀ ਭੌਤਿਕ ਵਿਗਿਆਨੀ ਤੇ ਨੋਬਲ ਸਨਮਾਨ ਜੇਤੂ ਚੰਦਰ ਸ਼ੇਖਰ ਵੈਂਕਟਰਾਮਨ ਦਾ ਜਨਮ ਹੋਇਆ। ਅੱਗੇ ਜ਼ਿਕਰ ਹੈ ਸਾਲ 1900 ਦਾ। ਭਾਰਤ ਦੇ ਆਜ਼ਾਦੀ ਸੰਗਰਾਮੀਏ ਪਾਰਲੀਮੈਂਟੇਰੀਅਨ NG ਰੰਗਾ ਦਾ ਜਨਮ ਹੋਇਆ। ਭਾਰਤ ਦੇ ਆਜ਼ਾਦੀ ਸੰਗਰਾਮੀਏ ਪਾਰਲੀਮੈਂਟੇਰੀਅਨ ਤੇ ਕਿਸਾਨ ਆਗੂ ਸਨ। ਉਹ ਕਿਸਾਨ ਫਲਸਫੇ ਦੇ ਝੰਡਾਬਰਦਾਰ ਸਨ ਤੇ ਸਵਾਮੀ ਸਹਿਜਾਨੰਦ ਸਰਸਵਤੀ ਤੋਂ ਬਾਅਦ ਭਾਰਤ ਦੀ ਕਿਸਾਨ ਲਹਿਰ ਦੇ ਪਿਤਾਮਾ ਸਮਝੇ ਜਾਂਦੇ ਸਨ। ਅੱਗੇ ਜ਼ਿਕਰ ਹੈ 7 ਨਵੰਬਰ 1936 ਦਾ। ਹਿੰਦੀ ਕਵੀ ਚੰਦਰਕਾਂਤ ਦੇਵਤਾਲੇ ਦਾ ਜਨਮ ਹੋਇਆ। ਹੁਣ ਗੱਲ ਕਰੀਏ ਉਹਨਾਂ ਦੀ ਜ਼ਿੰਦਗੀ ਬਾਰੇ। ਚੰਦਰਕਾਂਤ ਦੇਵਤਾਲੇ ਦਾ ਜਨਮ ਪਿੰਡ ਜੌਲਖੇੜਾ, ਜ਼ਿਲ੍ਹਾ ਬੈਤੂਲ, ਮੱਧ ਪ੍ਰਦੇਸ਼ ਵਿੱਚ ਹੋਇਆ। ਉੱਚ ਸਿੱਖਿਆ ਇੰਦੌਰ ਤੋਂ ਹੋਈ ਤੇ PhD ਸਾਗਰ ਯੂਨੀਵਰਸਿਟੀ ਸਾਗਰ ਤੋਂ। ਪ੍ਰਮੁੱਖ ਹਿੰਦੀ ਕਵੀ ਦੇਵਤਾਲੇ ਉੱਚ ਸਿੱਖਿਆ ਵਿੱਚ ਅਧਿਆਪਨ ਕਾਰਜ ਨਾਲ ਜੁੜਿਆ ਰਿਹਾ। ਉਸਨੇ 1952 ਵਿੱਚ ਕਵਿਤਾ ਲਿਖਣਾ ਸ਼ੁਰੂ ਕੀਤਾ ਤੇ 1960 ਤੱਕ ਉਹ ਹਿੰਦੀ ਵਿੱਚ ਸਾਰੇ ਮੁੱਖ ਸਾਹਿਤਕ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਣ ਲੱਗ ਗਿਆ ਸੀ। ਉਸਨੇ 500 ਤੋਂ ਵੱਧ ਕਵਿਤਾਵਾਂ ਲਿਖੀਆਂ ਨੇ। ਜੇ ਗੱਲ ਕਰੀਏ ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਬਾਰੇ, ਤਾਂ ਹੱਡੀਆਂ ਮੇਂ ਸ਼ਿਵਾ ਜਬਰ, ਦੀਵਾरों पर खून से, ਲੱਕੜ ਬੱਗਾ ਹੰਸ ਰਿਹਾ,
रोशनी के मैदान की तरफ भूखंड तप रहा है। हर चीज आग में बताई गई थी। पत्थर की बेंच, इतनी पत्थर रोशनी प्रसिद्ध ने। साल 1862 ਭਾਰਤ ਵਿੱਚ ਮੁਗਲ ਸਾਮਰਾਜ ਦੇ ਆਖਰੀ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦਾ ਦੇਹਾਂਤ ਹੋਇਆ। ਇਸੇ ਹੀ ਦਿਨ 7 ਨਵੰਬਰ 1923 ਨੂੰ ਭਾਰਤੀ ਸਿੱਖਿਅਕ ਤੇ ਸਮਾਜ ਸੇਵੀ ਪ੍ਰਤੀਨਿਧ ਅਸ਼ਵਨੀ ਕੁਮਾਰ ਦੱਤਾ ਦਾ ਦੇਹਾਂਤ ਹੋਇਆ। ਅੱਗੇ ਵਧਦੇ ਹਾਂ ਸਾਲ 2009 ਵੱਲ। ਮਰਾਠੀ ਦੀ ਲੇਖਿਕਾ ਸੁਨੀਤਾ ਦੇਸ਼ਪਾਂਡੇ ਦਾ ਦੇਹਾਂਤ ਹੋਇਆ। ਇੱਕ ਝਾਤ ਕੈਨੇਡਾ ਤੇ। ਸਾਲ 1885 ਕੈਨੇਡੀਅਨ ਪੈਸੀਫਿਕ ਰੇਲਵੇ ਦਾ ਪ੍ਰਤੀਕਾਤਮਕ ਆਖਰੀ ਸਪਾਈਕ ਪੱਛਮੀ ਪ੍ਰਵੇਸ਼ ਦੁਆਰ ਈਗਲ ਪਾਸ ਤੇ ਕ੍ਰੈਗਲਾਚੀ ਬ੍ਰਿਟਿਸ਼ ਕੋਲੰਬੀਆ ਵਿਖੇ ਸਥਿਤ ਕਰ ਹੈ। ਨਗਦ ਭੁੱਖੇ CPR ਇੱਕ ਸ਼ਾਨਦਾਰ ਪਾਰਟੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ, ਇਸ ਲਈ ਇਹ ਮਾਮੂਲੀ ਸਮਾਰੋਹ ਉਹ ਸਭ ਸੀ ਜੋ ਟਰਾਂਸ ਕੰਟੀਨੈਂਟ ਰੇਲਵੇ ਦੇ ਮੁਕੰਮਲ ਹੋਣ ਦੀ ਨਿਸ਼ਾਨਦੇਹੀ ਕਰਦਾ ਸੀ। ਆਖਰੀ ਸਪਾਈਕ ਵਿੱਚ ਗੱਡੀ ਚਲਾਉਣ ਦਾ ਸਨਮਾਨ ਡੋਨਾਲਡ ਅਮਿਥ ਨੂੰ ਦਿੱਤਾ ਗਿਆ ਸੀ, ਜੋ ਕਿ ਮੌਜੂਦਾ CPR ਦੇ 4 ਡਾਇਰੈਕਟਰਾਂ ਵਿੱਚੋਂ ਸਭ ਤੋਂ ਵੱਡੇ ਸਨ। ਉਸ ਦਾ ਪਹਿਲਾ ਝਟਕਾ ਸਪਾਈਕ ਨੂੰ ਇੰਨੀ ਬੁਰੀ ਤਰ੍ਹਾਂ ਝੁਕ ਗਿਆ ਕਿ ਇਸ ਨੂੰ ਬਦਲਣਾ ਪਿਆ। ਉਸਨੇ ਹਥੌੜਾ ਚੁੱਕ ਕੇ ਫਿਰ ਪੋਜ਼ ਦਿੱਤਾ। ਝਟਕਾ ਲੱਗਣ ਤੇ ਕੈਮਰੇ ਨੇ ਕਲਿੱਕ ਕੀਤਾ ਤੇ ਦੁਬਾਰਾ ਕਲਿੱਕ ਕੀਤਾ। ਆਖਰੀ ਸਪਾਈਕ ਦਾ ਡਰਾਈਵੌਗ ਕੈਨੇਡਾ ਦੀ ਪਹਿਲੀ ਸਦੀ ਦਾ ਮਹਾਨ ਪ੍ਰਤੀਕਾਤਮਕ ਕਾਰਜ ਸੀ, ਜਿਸਨੇ ਦੇਸ਼ ਨੂੰ ਸਮੁੰਦਰ ਤੋਂ ਸਮੁੰਦਰ ਤੱਕ ਜੋੜਨ ਦੇ ਕਨਫੈਡਰੇਸ਼ਨ ਦੇ ਵਾਅਦੇ ਨੂੰ ਪੂਰਾ ਕੀਤਾ। ਸਾਲ 1873 ਅਲੈਗਜ਼ੈਂਡਰ ਮੈਕੈਂਜੀ ਨੇ ਕੈਨੇਡਾ ਦੇ ਪਹਿਲੇ ਲਿਬਰਲ ਪ੍ਰਧਾਨ ਮੰਤਰੀ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ। ਉਸ ਦੀ ਸਰਕਾਰ ਦੇ ਅਧੀਨ ਕੈਨੇਡਾ ਦੀ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ ਸੀ ਤੇ ਗੁਪਤ ਮਤਦਾਨ ਦੀ ਸ਼ੁਰੂਆਤ ਕੀਤੀ ਗਈ। ਕੈਨੇਡਾ ਦੇ ਪ੍ਰਸਿੱਧ ਸਿਆਸਤਦਾਨ ਤੇ ਸਮਾਜ ਸੇਵਕ ਆਂਡਰੇ ਮੈਕਲਾਫਲਿਨ ਦਾ ਜਨਮ ਵੀ ਇਸੇ ਹੀ ਦਿਨ 7 ਨਵੰਬਰ 1936 ਨੂੰ ਹੋਇਆ ਸੀ ਤੇ ਇਸੇ ਹੀ ਦਿਨ 1943 ਨੂੰ ਗਾਇਕ, ਗੀਤਕਾਰ, ਗਿਟਾਰਿਸਟ ਤੇ ਚਿੱਤਰਕਾਰ ਜੌਨੀ ਜਨਮੇ ਸਨ। ਇੱਕ ਬਾਂਛੀ ਝਾਤ ਵਿਸ਼ਵ ਤੇ। ਸਾਲ 335 ਅਤਨਾਸੀਅਸ ਨੂੰ ਤਾਹੀਰ ਨੂੰ ਭਜਾ ਦਿੱਤਾ ਗਿਆ, ਇਸ ਲਈ ਉਹ ਇਸ ਗੱਲ ਤੇ ਇਲਜ਼ਾਮ ਲਗਾਉਂਦਾ ਹੈ ਕਿ ਉਸਨੇ ਇੱਕ ਅਨਾਜ ਫਲੀਟ ਨੂੰ ਕੌਂਸਟੈਂਟੀਨੋਪਲ ਤੱਕ ਪਹੁੰਚਾਉਣ ਤੋਂ ਰੋਕਿਆ ਸੀ। ਸਾਲ 1665 ਸਭ ਤੋਂ ਪੁਰਾਣੀ ਜਿਉਂਦੀ ਜਰਨਲ ਲੰਡਨ ਗਜ਼ਟ ਪਹਿਲੀ ਵਾਰ ਪ੍ਰਕਾਸ਼ਿਤ ਕੀਤੀ ਗਈ। ਅੱਗੇ ਜ਼ਿਕਰ ਹੈ 7 ਨਵੰਬਰ 1786 ਦਾ। ਅਮਰੀਕਾ ਵਿੱਚ ਸਭ ਤੋਂ ਪੁਰਾਣੀ ਸੰਗੀਤਕ ਸੰਸਥਾ ਸਟੋਟਨ ਸੰਗੀਤ ਸੰਸਥਾ ਵਜੋਂ ਸਥਾਪਿਤ ਕੀਤੀ ਗਈ। ਸਾਲ 1861 ਪਹਿਲੇ ਮੈਲਬੌਰਨ ਕੱਪ ਦੇ ਘੋੜੇ ਦੀ ਦੌੜ ਮੈਲਬੌਰਨ ਵਿੱਚ ਕੀਤੀ ਗਈ। ਸਾਲ 1874 ਹਾਰਪਰ ਦੇ ਵੀਕਲੀ ਵਿੱਚ ਥਾਮਸ ਨਾਸਟ ਦੁਆਰਾ ਇੱਕ ਕਾਰਟੂਨ ਪੇਸ਼ ਕੀਤਾ, ਜਿਸ ਨੂੰ ਅਮਰੀਕਾ ਦੀ ਰਿਪਬਲਿਕਨ ਪਾਰਟੀ ਲਈ ਇੱਕ ਸੰਕੇਤ ਦੇ ਤੌਰ ਤੇ ਜਾਂ ਇੱਕ ਹਾਥੀ ਦੀ ਪਹਿਲੀ ਮਹੱਤਵਪੂਰਨ ਵਰਤੋਂ ਮੰਨਿਆ ਜਾਂਦਾ ਹੈ। ਅੱਗੇ ਜ਼ਿਕਰ ਹੈ 1893 ਦਾ। ਔਰਤਾਂ ਦੇ ਵੋਟ ਪਾਉਣ ਦੇ ਸੰਦਰਭ 'ਚ ਅਮਰੀਕਾ ਦੇ ਕੋਲੋਰਾਡੋ ਰਾਜ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਗਿਆ। ਇਹ ਅਜਿਹਾ ਕਰਨ ਵਾਲਾ ਦੂਸਰਾ ਰਾਜ ਹੈ। ਸਾਲ 1900 ਕਿਊਬਾ 'ਚ ਲੋਕ ਪੱਖੀ ਪਾਰਟੀ ਦੀ ਨੀਂਹ ਰੱਖੀ ਗਈ। ਇਸੇ ਹੀ ਦਿਨ 7 ਨਵੰਬਰ 1916 ਨੂੰ ਜੈਨਟ ਰੈਨਕਿਨ ਅਮਰੀਕਾ ਦੀ ਕਾਂਗਰਸ ਦੀ ਪਹਿਲੀ ਔਰਤ ਮੈਂਬਰ ਬਣੀ ਤੇ ਇਸੇ ਹੀ ਦਿਨ ਸਾਲ 1917 ਨੂੰ ਅਕਤੂਬਰ ਇਨਕਲਾਬ ਦੀ ਜਾਰਜੀਅਨ ਕੈਲੰਡਰ ਅਨੁਸਾਰ ਤਰੀਕ ਯੂਲੀਅਨ ਕੈਲੰਡਰ ਅਨੁਸਾਰ ਇਹ ਤਰੀਕ 25 ਅਕਤੂਬਰ ਬਣਦੀ ਹੈ, ਜਿਸ ਤੋਂ ਇਸ ਘਟਨਾ ਦਾ ਨਾਮ ਪਿਆ। ਸਾਲ 1917 ਵਿੱਚ ਵਲਾਦੀਮੀਰ ਲੈਨਿਨ ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਬਜ਼ਾ ਕਰ ਲਿਆ ਗਿਆ ਸੀ। ਅੱਗੇ ਵਧਦੇ ਹਾਂ 1921 ਵੱਲ। ਬੈਨੀਤੋ ਮੁਸਲੀਨੀ ਨੇ ਆਪਣੇ ਆਪ ਨੂੰ ਇਟਲੀ ਦੀ ਨੈਸ਼ਨਲਿਸਟ ਫੈਸਿਸਟ ਪਾਰਟੀ ਦਾ ਮੁਖੀ ਐਲਾਨਿਆ। ਸਾਲ 1929 ਮਿਊਜ਼ੀਅਮ ਆਫ ਮਾਡਰਨ ਆਰਟ ਲੋਕਾਂ ਲਈ ਖੋਲ੍ਹਿਆ ਗਿਆ। ਅੱਗੇ ਜ਼ਿਕਰ ਹੈ 1944 ਦਾ। ਥੀਓਡੋਰ ਰੂਜ਼ਵੇਲਟ ਥਾਮਸ ਡਿਊਈ ਨੂੰ ਹਰਾ ਕੇ ਚੌਥੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਿਆ। ਸਾਲ 1936 ਇਟ ਇਜ਼ ਮੇਡ ਵਰਲਡ ਦਾ ਪ੍ਰੀਮੀਅਰ ਸ਼ੋਅ ਹੋਇਆ। ਅੱਗੇ ਜ਼ਿਕਰ ਹੈ 1973 ਦਾ। ਅਮਰੀਕਨ ਕਾਂਗਰਸ ਨੇ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਉਸ ਬਿੱਲ ਨੂੰ ਵੀਟੋ ਕਰ ਦਿੱਤਾ, ਜਿਸ ਹੇਠ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਚੀਫ ਐਗਜ਼ੈਕਟਿਵ ਆਪ ਹੀ ਜੰਗ ਦਾ ਐਲਾਨ ਕਰ ਸਕਦਾ ਸੀ।
ਅੱਗੇ ਜ਼ਿਕਰ ਹੈ 7 ਨਵੰਬਰ 2012 ਦਾ। ਗੁਆਟੇਮਾਲਾ ਦੇ ਪ੍ਰਸ਼ਾਂਤ ਸਮੁੰਦਰੀ ਕਿਨਾਰੇ ਭੂਚਾਲ ਨੇ ਘੱਟੋ-ਘੱਟ 52 ਲੋਕਾਂ ਨੂੰ ਮਾਰਿਆ ਤੇ ਇਸੇ ਹੀ ਦਿਨ 2017 ਨੂੰ ਸੰਯੁਕਤ ਰਾਜ ਦੇ ਗਵਰਨਰ ਦੀਆਂ ਚੋਣਾਂ ਵਿੱਚ ਫਿਲ ਮਰਫੀ ਨੂੰ ਨਿਊਯਾਰਸੀ ਦਾ ਗਵਰਨਰ ਚੁਣਿਆ ਗਿਆ ਤੇ ਰਾਲਫ ਨਾਰਥਮ ਨੂੰ ਵਰਜੀਨੀਆ ਦੇ ਗਵਰਨਰ ਚੁਣਿਆ ਗਿਆ। ਸਾਲ 2017 ਸ਼ਮਸ਼ਾਦ ਟੀਵੀ ਤੇ ਹਥਿਆਰਬੰਦ ਬੰਦੂਕਧਾਰੀਆਂ ਤੇ ਆਤਮਘਾਤੀ ਬੰਬ ਹਮਲਾਵਰਾਂ ਨੇ ਹਮਲਾ ਕੀਤਾ, ਜਿਸ ਨਾਲ ਇੱਕ ਸੁਰੱਖਿਆ ਕਰਮਚਾਰੀ ਦੀ ਮੌਤ ਹੋ ਗਈ ਤੇ 20 ਲੋਕ ਜ਼ਖਮੀ ਹੋ ਗਏ। ISIS ਨੇ ਦਾਅਵਾ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। 13ਵੀਂ ਈਸਵੀ ਪੂਰਵ ਜਾਪਾਨ ਦੇ ਸਮਰਾਟ ਕਿਓਕੋ ਦਾ ਜਨਮ ਹੋਇਆ। ਸਾਲ 994 ਅਰਬੀ ਫਿਲਾਸਫਰ ਤੇ ਵਿਦਵਾਨ ਇਬਨ ਹਸਮ ਦਾ ਜਨਮ ਹੋਇਆ। ਅੱਗੇ ਜ਼ਿਕਰ ਹੈ 1598 ਦਾ। ਸਪੇਨੀ ਚਿੱਤਰਕਾਰ ਫ੍ਰਾਂਸਿਸਕੋ ਡੇ ਜ਼ੁਰਬਰਾਨ ਦਾ ਜਨਮ ਹੋਇਆ। 7 ਨਵੰਬਰ 1706 ਨੂੰ ਇਤਾਲਵੀ ਵਾਇਲਨ ਵਾਦਕ ਤੇ ਸੰਗੀਤਕਾਰ ਕਾਰਲੋਸ ਸੇਰ ਦਾ ਜਨਮ ਹੋਇਆ। ਅੱਗੇ ਜ਼ਿਕਰ ਹੈ 1728 ਦਾ। ਅੰਗਰੇਜ਼ ਮੁਹਿੰਮਬਾਜ਼ ਖੋਜੀ ਜਹਾਜ਼ਰਾਨ ਤੇ ਨਕਸ਼ਾ ਨਿਗਾਰ ਜੇਮਸ ਕੁਕ ਦਾ ਜਨਮ ਹੋਇਆ। ਇਸੇ ਹੀ ਦਿਨ ਸਾਲ 1913 ਨੂੰ ਫਰਾਂਸੀਸੀ ਨੋਬਲ ਸਾਹਿਤ ਪੁਰਸਕਾਰ ਜੇਤੂ ਲੇਖਕ, ਪੱਤਰਕਾਰ ਤੇ ਦਾਰਸ਼ਨਿਕ ਅਲਬੇਰ ਕਾਮੂ ਦਾ ਜਨਮ ਹੋਇਆ। ਸੋ ਇਹ ਸਨ ਅੱਜ 7 ਨਵੰਬਰ ਨਾਲ ਸੰਬੰਧਿਤ ਪੰਜਾਬ, ਸਿੱਖ ਤਵਾਰੀਖ ਤੇ ਦੇਸ਼ ਦੁਨੀਆ ਨਾਲ ਜੁੜੀਆਂ ਘਟਨਾਵਾਂ, ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਈ ਗਈ ਹੈ। ਮਿਲਦੇ ਹਾਂ 8 ਨਵੰਬਰ ਦੇ ਇਤਿਹਾਸ ਨਾਲ। ਮੈਨੂੰ ਰਮਨ ਸਿੱਧੂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।